बोले सोनिहाल ਤੁਸੀਂ ਸੁਣ ਰਹੇ ਹੋ ਰੇਡੀਓ 5 1521 AM ਤੇ ਇੰਟਰਨੈਟ ਜਰੀਏ radio5.org। ਮੈਂ ਹਾਂ ਜਸਵਿੰਦਰ ਸਿੰਘ ਜਸ। ਪ੍ਰੋਗਰਾਮ ਲੈ ਕੇ ਆਇਆ ਵਿਰਸਾ। ਇਸ ਤੋਂ ਪਹਿਲਾਂ ਸ਼ਿੰਦਾ ਸਰੀਲਾ ਜੀ ਨੇ ਆਪ ਜੀ ਦਾ ਮਨੋਰੰਜਨ ਕੀਤਾ, ਆਪ ਨੇ ਉਹਨਾਂ ਦਾ ਸਾਥ ਦਿੱਤਾ ਤੇ ਮੈਂ ਆਸ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਸ਼ਿੰਦਾ ਸਰੀਲਾ ਜੀ ਦੇ ਨਾਲ ਉਹਨਾਂ ਦੇ ਪ੍ਰੋਗਰਾਮ ਦੇ ਨਾਲ ਜੁੜੇ ਰਹੇ ਹੋ ਸੇ ਬਹੁਤ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਗੀਤ ਸੰਗੀਤ ਨਾਲ ਜੁੜੇ ਰਹੇ ਹੋ ਤੇ ਮੈਂ ਆਸ ਕਰਦਾ ਕਿ ਇਸ ਪ੍ਰੋਗਰਾਮ ਦੇ ਨਾਲ ਵੀ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹੋਗੇ ਤੇ ਆਪਣਾ ਮਨੋਰੰਜਨ ਤੇ ਜੋ ਵੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਹ ਵੀ ਤੁਸੀਂ ਕਰੋਗੇ। ਪ੍ਰੋਗਰਾਮ ਵਿਰਸਾ ਹਰੇਕ ਮੰਗਲਵਾਰ 11 ਤੋਂ 1 ਵਜੇ ਤੱਕ ਹੁੰਦਾ ਹੈ ਰੇਡੀਓ 5 ਤੇ ਪ੍ਰੋਗਰਾਮ ਦੇ ਜਰੀਏ ਅਸੀਂ ਜਾਣਕਾਰੀ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਅੱਜ ਦਾ ਕੋਈ ਵਿਚਾਰ ਉੱਤੇ ਕੋਈ ਗੱਲਬਾਤ ਕਰਦੇ ਹਾਂ ਤੇ ਨਾਲ ਦੀ ਨਾਲ ਕੋਈ ਗੀਤ ਸੰਗੀਤ ਜਾਂ ਜੇ ਕੋਈ ਸਰੋਤੇ ਮੇਰੇ ਨਾਲ ਆਪਣੀ ਜਾਣਕਾਰੀ ਸਾਂਝੀ ਅੱਗੇ ਬਾਕੀ ਦੇ ਸੁਣਨ ਵਾਲੇ ਸਰੋਤਿਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ। ਰੇਡੀਓ 5 1521 AM ਸਟੂਡੀਓ ਦਾ ਨੰਬਰ ਹੈਗਾ 02476681521 02476681521। ਜੇ ਤੁਸੀਂ WhatsApp ਜਰੀਏ ਕੋਈ ਮੈਸੇਜ ਭੇਜਣਾ ਚਾਹੁੰਦੇ ਹੋ 07376541521 073541521। ਤੇ ਆਸ ਕਰਦਾ ਕਿ ਬਹੁਤ ਸਾਰੇ ਸਰੋਤਿਆਂ ਨੇ ਹੁਣ ਇਹ ਰੇਡੀਓ 5 ਦੀ ਐਪ ਤੋਂ ਸੁਣਨਾ ਸ਼ੁਰੂ ਕਰ ਦਿੱਤਾ ਹੋਵੇਗਾ। ਰੇਡੀਓ ਐਪ ਅਨਇੰਟਰਪਟਡ, ਕੋਈ ਉਹਦੇ ਵਿੱਚ ਕੋਈ ਵਾਧਾ ਨਹੀਂ ਪੈਂਦਾ ਹੈਗਾ, ਖੁੱਲੀ ਚੱਲਦੀ ਆ, ਬਹੁਤ ਵਧੀਆ ਚੱਲਦੀ ਹੈਗੀ ਆ। ਰੇਡੀਓ 5 ਤੇ ਪ੍ਰੋਗਰਾਮ ਜੋ ਵੀ ਦਿੱਤੇ ਜਾਂਦੇ ਹਨ ਉਹ ਤੁਸੀਂ ਰੇਡੀਓ 5 ਦੀ ਐਪ ਤੋਂ ਸੁਣ ਸਕਦੇ ਹੋ, ਚਾਹੇ ਐਂਡਰੋਇਡ ਪਲੇਟਫਾਰਮ ਹੈ ਚਾਹੇ ਆਈਫੋਨ ਪਲੇਟਫਾਰਮ ਹੈ। ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹ ਪ੍ਰੋਗਰਾਮ ਆਪਾਂ ਸ਼ੁਰੂ ਕਰਾਂਗੇ ਅੱਜ ਦੇ ਵਿਚਾਰ ਦੇ ਨਾਲ। ਅੱਜ ਦੀ ਕੋਈ ਗੱਲਬਾਤ, ਕੋਈ ਵਿਚਾਰ ਸਰੋਤਿਆਂ ਦੇ ਨਾਲ ਸਾਂਝਾ ਕੀਤਾ ਜਾਊਗਾ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ, ਮੈਂ ਜਿਸ ਤਰ੍ਹਾਂ ਪਿਛਲੇ ਹਫ਼ਤੇ ਸਰੋਤਿਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਇਸ ਪ੍ਰੋਗਰਾਮ 'ਚ ਫਸਟ ਵਰਲਡ ਵੋਰ ਬਾਰੇ ਸਰੋਤਿਆਂ ਨਾਲ ਕੁਝ ਜਾਣਕਾਰੀ ਸਾਂਝੀ ਕਰੂੰਗਾ। ਜੇ ਫਸਟ ਵਰਲਡ ਵੋਰ ਬਾਰੇ ਜਿਹੜੀ ਜਾਣਕਾਰੀ ਹੈ ਇੰਨੀ ਜ਼ਿਆਦਾ ਵਾਈਡਲੀ ਨਹੀਂ ਮਿਲਦੀ ਜਿੰਨੀ ਸੈਕੰਡ ਵਰਲਡ ਵੋਰ 'ਤੇ ਮਿਲਦੀ ਹੈ। ਉਹਦੇ ਕਈ ਕਾਰਨ ਹੋ ਸਕਦੇ ਆ। ਸ਼ਾਇਦ ਉਸ ਸਮੇਂ ਮੀਡੀਆ ਜ਼ਿਆਦਾ ਡਿਵੈਲਪ ਨਹੀਂ ਸੀਗਾ, ਖਾਸ ਕਰਕੇ ਵੀਡੀਓ ਆਡੀਓ ਰਿਕਾਰਡਿੰਗ ਟੈਕਨੋਲੋਜੀ ਇੰਨੀ ਡਿਵੈਲਪ ਨਹੀਂ ਸੀਗੀ। ਸੈਕੰਡ ਵਰਲਡ ਵੋਰ 'ਤੇ ਉਹ ਸਾਰੀ ਤੁਹਾਨੂੰ ਮਿਲ ਜਾਂਦੀ ਹੈ। ਫਸਟ ਵਰਲਡ ਵੋਰ 'ਤੇ ਸ਼ਾਇਦ ਪੱਤਰਕਾਰੀ ਵੀ ਸ਼ਾਇਦ ਇੰਨੀ ਨਾ ਹੋਵੇ, ਸੰਚਾਰ ਦੇ ਸਾਧਨ ਕਮਿਊਨੀਕੇਸ਼ਨ ਵੀ ਇੰਨੀ ਸ਼ਾਇਦ ਨਾ ਹੋਵੇ। ਕੁਝ ਕਾਰਨ ਹੋ ਸਕਦੇ ਆ ਕਿ ਫਸਟ ਵਰਲਡ ਵੋਰ ਦੀ ਜਾਣਕਾਰੀ ਘੱਟ ਹੈ ਤੇ ਸੈਕੰਡ ਵਰਲਡ ਵੋਰ ਸਾਨੂੰ ਸੋਸ਼ਲ ਮੀਡੀਆ 'ਤੇ ਬਹੁਤ ਜਾਣਕਾਰੀ ਮਿਲ ਜਾਂਦੀ ਹੈ। ਸੋ ਫਸਟ ਵਰਲਡ ਵੋਰ ਬਾਰੇ ਜਾਣਕਾਰੀ ਆਪਾਂ ਸਾਂਝੀ ਕਰਨੀ ਹੈ ਸਰੋਤਿਆਂ ਦੇ ਨਾਲ, ਜਿਹਦੇ ਵਿੱਚ ਆਪਾਂ ਇਹਦੇ ਪਹਿਲਾਂ ਸਭ ਤੋਂ ਕਾਰਨ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹਨਾਂ ਕਾਰਨਾਂ ਕਰਕੇ ਇਹ ਲੜਾਈ ਸ਼ੁਰੂ ਹੋਈ, ਕਿੱਥੇ ਸ਼ੁਰੂ ਹੋਈ, ਕਿਵੇਂ ਵਧੀ ਤੇ ਉਸ ਤੋਂ ਬਾਅਦ ਵੱਧਦੀ ਸਾਰੇ ਸੰਸਾਰ ਨੂੰ ਇਹਨੇ ਕਿਵੇਂ ਆਪਣੀ ਲਪੇਟ ਦੇ ਵਿੱਚ ਲੈ ਲਿਆ ਤੇ ਬਾਅਦ ਦੇ ਵਿੱਚ ਇਹ ਹਟੀ ਵੀ, ਤੇ ਉਹ ਹਟੀ ਕਿਵੇਂ ਤੇ ਉਹਦੇ ਹਟਣ ਤੋਂ ਬਾਅਦ ਉਹਦੇ ਰਿਜ਼ਲਟ ਕੀ ਹੋਏ। ਇਹ ਸਾਰੀ ਜਾਣਕਾਰੀ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਆ ਫਸਟ ਵਰਲਡ ਵੋਰ ਬਾਰੇ। ਦੇਖੋ, ਇੱਕ ਪ੍ਰੋਗਰਾਮ ਦੇ ਵਿੱਚ ਇਹ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ। ਮੈਂ ਕੁਝ ਸਮਾਂ ਅੱਜ ਤੁਹਾਡੇ ਨਾਲ ਇਹ ਗੱਲਬਾਤ ਕਰਾਂਗਾ, ਕੁਝ ਸਮਾਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਕਰਾਂਗਾ ਤੇ ਨਾਲ ਦੀ ਨਾਲ ਦੂਜੇ ਟੌਪਿਕ ਆਪਾਂ ਜ਼ਰੂਰ ਸਾਂਝੇ ਕਰਨੇ ਆ ਕਿ ਇਸ ਹਫ਼ਤੇ ਵਿੱਚ ਇਤਿਹਾਸ ਦੇ ਵਿੱਚ ਕੁਝ ਜ਼ਰੂਰੀ ਇਤਿਹਾਸਿਕ ਘਟਨਾਵਾਂ ਵਾਪਰੀਆਂ, ਜਿਵੇਂ ਕਿ ਪੈਪਸੂ ਸੂਬਾ ਕੁਝ ਸਮੇਂ ਦੇ ਲਈ ਆਜ਼ਾਦ ਹਿੰਦੁਸਤਾਨ ਦੇ ਵਿੱਚ ਬਣਿਆ ਸੀਗਾ, ਉਹ ਵੀ ਇਸੇ ਹਫ਼ਤੇ ਦੀ ਘਟਨਾ ਹੈ। ਮੈਂ ਸਰੋਤਿਆਂ ਨੂੰ ਸ਼ਾਇਦ ਪੁੱਛਣਾ ਵੀ ਚਾਹੁੰਦਾ ਹਾਂ ਕਿ ਪਟਿਆਲਾ ਫੈਮਿਲੀ ਜੋ ਸ਼ਾਹੀ ਪਰਿਵਾਰ ਹੈ, ਅੱਜ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਉਸ ਪਰਿਵਾਰ ਦੇ ਨਾਲ ਸੰਬੰਧਿਤ ਹਨ। ਕੀ ਕੋਈ ਸਰੋਤਾ ਹੈ ਜੋ ਰੇਡੀਓ 5 ਨੂੰ ਸੁਣ ਰਿਹਾ ਜੋ ਮੇਰੀ ਜਾਣਕਾਰੀ ਵਿੱਚ ਵਾਧਾ ਕਰ ਸਕੇ ਕਿ ਸਿੱਖ ਪੰਥ ਜਾਂ ਸਿੱਖੀ ਨੂੰ ਕੀ ਦੇਣ ਹੈਗੀ ਹੈ ਪਟਿਆਲਾ ਪਰਿਵਾਰ ਦੀ, ਸਿੱਖ ਪਟਿਆਲਾ ਪਰਿਵਾਰ ਦੀ? ਮੇਰੇ ਨਾਲ ਜੇ ਕੋਈ ਇਹ ਸਰੋਤਾ ਫੋਨ ਕਰਕੇ ਜਾਣਕਾਰੀ ਸਾਂਝੀ ਕਰ ਸਕਦਾ ਹੋਵੇ, ਮੈਂ ਬਹੁਤ ਧੰਨਵਾਦੀ ਹੋਵਾਂਗਾ ਕਿ ਸਿੱਖ ਪੰਥ ਨੂੰ ਪਟਿਆਲਾ ਫੈਮਿਲੀ ਰਾਈਟ ਫਰਮ ਆਲਾ ਸਿੰਘ, ਜ਼ਰੂਰੀ ਨਹੀਂ ਕਿ ਅਮਰਿੰਦਰ ਸਿੰਘ ਦੀ ਅਸੀਂ
ਬੁਰਾਈ ਕਰਨੀ ਆ, ਅਛਾਈ ਵੀ ਕਰ ਸਕਦੇ ਆ ਜੇ ਕੁਝ ਹੈ ਤੁਹਾਡੇ ਕੋਲ ਦੱਸਣ ਲਈ। ਪਰ ਉਹਨਾਂ ਦੇ ਪਰਿਵਾਰ, ਮਹਾਰਾਜਾ ਭੁਪਿੰਦਰ ਸਿੰਘ ਜਾਂ ਆਲਾ ਸਿੰਘ ਜਾਂ ਉਹਨਾਂ ਦੇ ਪਰਿਵਾਰ ਦੇ ਹੋਰ ਜੋ ਮੈਂਬਰ, ਰਜਿੰਦਰ ਸਿੰਘ, ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਹੋਏ ਹਨ, ਉਹਨਾਂ ਨੇ ਪਟਿਆਲਾ ਸ਼ਾਹੀ ਪਰਿਵਾਰ ਪਟਿਆਲਾ ਦੇ ਰਾਜ 'ਤੇ ਰਾਜ ਕੀਤਾ। ਸਿੱਖੀ ਨੂੰ ਤੇ ਪੰਜਾਬ ਨੂੰ ਵੀ, ਤੁਸੀਂ ਪੰਜਾਬ ਨੂੰ ਵੀ ਦੱਸ ਸਕਦੇ ਹੋ ਕਿ ਕੀ ਦੇਣ ਹੈਗੀ ਆ। ਜੇ ਕੋਈ ਸਰੋਤੇ ਮੇਰੇ ਨਾਲ ਗੱਲ ਜਾਣਕਾਰੀ ਸਾਂਝੀ ਕਰੇ, ਮੈਂ ਬਹੁਤ ਧੰਨਵਾਦੀ ਹੋਵਾਂਗਾ। ਬਾਕੀ ਹੋਰ ਹਫਤੇ ਵੀ ਕੁਛ ਹੋਇਆ ਸੀਗਾ ਬਹੁਤ। ਐਟਮ ਬੰਬ ਵੀ ਇਸੇ ਹਫਤੇ ਬਣਿਆ ਸੀ, ਉਹ ਜਾਣਕਾਰੀ ਕਰਦੇ ਹਾਂ। ਬਹੁਤ ਸਾਰੇ ਸਰੋਤੇ ਐਮਾਜ਼ੋਨ ਪ੍ਰਾਈਮ ਲਿਆ ਹੋਏਗਾ। ਐਮਾਜ਼ੋਨ ਪ੍ਰਾਈਮ, ਉਹਨਾਂ ਨੂੰ ਪਤਾ ਵੀ ਹੋਵੇਗਾ ਕਿ ਐਮਾਜ਼ੋਨ ਪ੍ਰਾਈਮ 'ਤੇ ਕੀ ਕੀ ਕਰ ਸਕਦੇ ਹਨ, ਕੀ ਕੀ ਉਹ ਲੈ ਸਕਦੇ ਹਨ। ਐਮਾਜ਼ੋਨ ਵੀ ਇਸੇ ਹਫਤੇ ਸ਼ੁਰੂ ਹੋਇਆ ਸੀ। ਕਦੇ ਇੱਕ ਨਵੀਂ ਡਿਵੈਲਪਮੈਂਟ ਹੋ ਗਈ ਹੈ ਸਾਊਥ ਏਸ਼ੀਆ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਇੱਕ ਨਵੀਂ ਡਿਵੈਲਪਮੈਂਟ ਹੋਈ ਹੈ। ਜਿਹੜੇ ਸਰੋਤੇ ਨਿਊਜ਼ ਦੇ ਨਾਲ, ਖਬਰਾਂ ਦੇ ਨਾਲ ਆਮ ਕਰਕੇ ਜੁੜਦੇ ਰਹਿੰਦੇ ਹਨ, ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਪਤਾ ਹੋਵੇ ਕਿ ਅਫਗਾਨਿਸਤਾਨ ਤੋਂ ਅਮਰੀਕਨ ਜਾਂ ਬ੍ਰਿਟਿਸ਼ ਫੌਜਾਂ ਨਿਕਲ ਗਈਆਂ ਹੈ। ਆਲਮੋਸਟ ਨਿਕਲ ਗਈਆਂ। ਜੇ ਹੋਣਗੀਆਂ ਵੀ ਤਾਂ ਕੁਝ ਗਿਣਤੀ ਵਿੱਚ ਉੱਥੇ ਅਫਸਰ ਭਾਵੇਂ ਹੋਣਗੇ, ਪਰ ਅਮਰੀਕਨ ਉੱਥੋਂ ਨਿਕਲ ਗਏ ਹੈਗੇ ਆ। ਬੈਗਮ ਏਅਰਪੋਰਟ 'ਤੇ ਜਿੱਥੇ ਉਹਨਾਂ ਦਾ ਬੇਸ ਸੀਗਾ, ਉਹਨਾਂ ਨੇ ਖਾਲੀ ਕਰ ਦਿੱਤਾ ਹੈ ਅਤੇ ਤਾਲੀਬਾਨ ਮੁੜ ਕੇ ਫਿਰ ਉੱਥੇ ਆ ਰਹੇ ਹੈਗੇ ਆ। ਉਹ ਜਾਣਕਾਰੀ ਹੈਗੀ ਆ। ਅਤੇ ਕੀ ਡਿਵੈਲਪਮੈਂਟ ਉਸ ਧਰਤੀ 'ਤੇ ਹੋਣ ਜਾ ਰਹੀ ਹੈ, ਕੀ ਕੁਛ ਹੋ ਰਿਹਾ ਹੈਗਾ, ਉਹ ਕੁਝ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰੂੰਗਾ ਇਸ ਪ੍ਰੋਗਰਾਮ ਦੇ ਵਿੱਚ। ਅਤੇ ਹੋਰ ਜੋ ਵੀ ਅੱਜ ਕੱਲ੍ਹ ਦੇਖੋ, ਇਨਵਾਇਰਮੈਂਟ, ਪੋਲੂਸ਼ਨ, ਕੋਵਿਡ-19 ਤੋਂ ਵੀ ਇੱਕ ਵੱਡਾ ਮਸਲਾ ਹੈਗਾ। ਕੋਵਿਡ-19 ਆਪਾਂ ਕਹਿੰਦੇ ਹਾਂ ਕਿ ਨੁਕਸਾਨ ਕੀਤਾ ਜਾਨੀ ਅਤੇ ਮਾਲੀ, ਪਰ ਜਿਹੜਾ ਇਨਵਾਇਰਮੈਂਟ ਇਸ਼ੂਜ਼ ਹੈਗੇ ਆ, ਉਹ ਵੀ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਆ ਇਸ ਸਮੇਂ। ਉਹ ਕਿਵੇਂ ਅਤੇ ਉਹ 'ਤੇ ਕੀ ਕੋਈ ਵਰਲਡ ਦੀਆਂ ਤਾਕਤਾਂ ਉਨ 'ਤੇ ਕੋਈ ਪਾਲਿਸੀ ਲਿਆਉਣੀ ਚਾਹੀਦੀ ਹੈ ਕਿ ਉਹਨੂੰ ਇੱਕ ਐਮਰਜੈਂਸੀ ਵਾਂਗੂ ਲੈਣਾ ਚਾਹੀਦਾ। ਇਹ ਵੀ ਜਾਣਕਾਰੀ ਆਪਾਂ ਪ੍ਰੋਗਰਾਮ ਦੇ ਅਖੀਰਲੇ ਪੜਾਅ ਦੇ ਵਿੱਚ ਸਾਂਝੀ ਕਰਾਂਗੇ। ਦੇਖਦੇ ਹਾਂ ਕਿੱਥੇ ਤੱਕ ਪਹੁੰਚਦੇ ਹਾਂ। ਜਾਣਕਾਰੀ ਕਾਫੀ ਆ ਅਤੇ ਗੱਲਬਾਤ ਆਪਾਂ ਛੇਤੀ ਸ਼ੁਰੂ ਕਰ ਦੇਣੀ ਹੈ ਬ੍ਰੇਕ ਤੋਂ ਬਾਅਦ। ਲੈਂਦੇ ਹਾਂ ਇੱਕ ਬ੍ਰੇਕ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਰੇਡੀਓ 5 1521 AM, ਮੈਂ ਹਾਂ ਜਸਵਿੰਦਰ ਸਿੰਘ ਜਸ, ਪ੍ਰੋਗਰਾਮ ਵਿਰਸਾ। ਵੈਲਕਮ ਬੈਕ। ਬ੍ਰੇਕ ਤੋਂ ਬਾਅਦ ਗੱਲ ਸ਼ੁਰੂ ਕਰਦੇ ਹਾਂ। ਗੱਲ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਵਾਂ, ਸ਼ਿਕਾਰਾ ਸਿੰਘ ਖਾਨਪੁਰੀ ਜੀ, ਆਹ ਗਾਣਾ ਤੁਹਾਡੇ ਪਸੰਦ ਦਾ ਲਾਇਆ ਸੀ, ਹੋਪਫੁਲੀ ਤੁਸੀਂ ਸੁਣ ਲਿਆ ਹੋਏਗਾ ਅਤੇ ਪਸੰਦ ਕੀਤਾ ਹੋਏਗਾ। ਗੱਲ ਪਹਿਲੀ ਸੰਸਾਰਕ ਜੰਗ ਅਤੇ ਉਹਦੇ ਬਾਰੇ ਜੋ ਮੈਂ ਗੱਲਬਾਤ ਕਰਨ ਜਾ ਰਿਹਾ ਹੈਗਾ, ਤਾਂ ਇਹਦੇ ਵਿੱਚ ਮੈਂ ਦੱਸਿਆ ਵੀ ਹੈ ਕਿ ਇਹ ਗੱਲਬਾਤ 2 ਜਾਂ 3 ਪ੍ਰੋਗਰਾਮਾਂ ਦੇ ਵਿੱਚ ਕੀਤੀ ਜਾਊਗੀ। ਅੱਜ ਦੇ ਵਿਚਾਰ ਦੀ ਜੇ ਗੱਲ ਕਰਨੀ ਹੈ ਤਾਂ ਉਹ ਗੱਲ ਪਹਿਲੇ ਹੈਗੀ ਆ ਕਿ ਉਹ ਵਿਚਾਰ ਇਹ ਮੈਂ ਦੱਸਦਾ ਕਿ ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਵੀ ਟੁੱਟ ਜਾਂਦੇ ਹਨ। ਜਦੋਂ ਮਨ ਵਿੱਚ ਹਿਰਖ ਹੋਣ ਲੱਪਣ, ਇਹਦਾ ਮਤਲਬ ਕਿ ਰਿਸ਼ਤੇ ਟੁੱਟਣ ਜਾ ਰਹੇ ਹੈਗੇ, ਉਹਨਾਂ ਵਿੱਚ ਤੜੇਰ ਪੈਣ ਜਾ ਰਹੀ ਹੈਗੀ ਆ। ਗੱਲ ਕੀ, ਇਹ ਚਾਹੇ ਪਰਿਵਾਰਿਕ ਰਿਸ਼ਤਿਆਂ ਦੀ ਗੱਲ ਨਹੀਂ ਹੈ, ਇਹ ਕਿਸੇ ਵੀ ਤੁਹਾਡੇ ਸੰਬੰਧ ਹੋ ਸਕਦੇ ਆ, ਕੰਮ ਦੇ ਸੰਬੰਧ ਵੀ ਹੋ ਸਕਦੇ ਆ, ਮਿੱਤਰਾਂ ਦੋਸਤਾਂ ਦੇ ਸੰਬੰਧ ਵੀ ਹੋ ਸਕਦੇ ਆ, ਇੰਟਰਨੈਸ਼ਨਲ ਵੀ ਹੋ ਸਕਦੇ ਆ, ਨੈਸ਼ਨਲ ਵੀ ਹੋ ਸਕਦੇ। ਕਿਉਂ ਦੁਨੀਆ ਭਰ ਦੇ ਵਿੱਚ ਤਰਜੀਹ ਦਿੱਤੀ ਜਾਂਦੀ ਹੈ ਕਿ ਇੱਕ ਡੈਸਕ 'ਤੇ ਬਹਿ ਕੇ ਗੱਲਬਾਤ ਕਰਕੇ ਫਿਰ ਹੀ ਗੱਲ ਮੁੱਕਣੀ ਆ। ਜਦੋਂ ਕਮਿਊਨੀਕੇਸ਼ਨ ਬੰਦ ਹੋ ਜਾਂਦੀ ਆ, ਫਿਰ ਉਹ ਰਿਸ਼ਤੇ ਟੁੱਟਣੇ ਸ਼ੁਰੂ ਹੋ ਜਾਂਦੇ ਆ। ਸੋ ਛੋਟੀਆਂ ਛੋਟੀਆਂ ਗੱਲਾਂ ਨੂੰ ਦਿਲ ਵਿੱਚ ਨਹੀਂ ਰੱਖਣਾ ਚਾਹੀਦਾ, ਉਹਨਾਂ ਨੂੰ ਸਾਂਝਾ ਕਰ ਲੈਣਾ ਚਾਹੀਦਾ। ਜੇ ਇੱਕ ਵਾਰ ਉਹ ਕਿਸੇ ਨੂੰ ਬੁਰੀਆਂ ਵੀ ਲੱਗਣ, ਉਹ ਇੰਨੀਆਂ ਬੁਰੀਆਂ ਨਹੀਂ ਜੇ ਆਪਾਂ ਦਿਲ ਵਿੱਚ ਰੱਖ ਕੇ ਉਹਦਾ ਹਿਰਖ ਬਣਾਉਣ ਲੱਗ ਪਈਏ ਅਤੇ ਮਨ ਵਿੱਚ ਫਰਕ ਪਾਉਣ ਲੱਗ ਪਈਏ। ਸੋ ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ ਵੱਡੇ ਵੱਡੇ ਰਿਸ਼ਤੇ ਵੀ ਟੁੱਟ ਜਾਂਦੇ ਹਨ। ਤਾਂ ਮੈਨੂੰ ਆਸ ਕਰਦਾ ਕਿ ਤੁਹਾਨੂੰ ਇਹ ਵਿਚਾਰ ਪਸੰਦ ਆਇਆ ਹੋਵੇਗਾ। ਫਸਟ ਵਰਲਡ ਵੋਰ, ਸੰਸਾਰਕ ਜੰਗ ਯੂਰਪ ਦੇ ਵਿੱਚ ਸ਼ੁਰੂ ਹੋਈ 28 ਜੁਲਾਈ 1914 ਨੂੰ ਅਤੇ ਮੁੱਕੀ ਜਾ ਕੇ 11 ਨਵੰਬਰ 1918 ਨੂੰ।
ਕਾਫੀ ਲੰਬਾ ਚਿਰ ਜੰਗ ਚੱਲਦੀ ਰਹੀ। ਚਾਹੇ ਪਹਿਲਾਂ ਲੱਗਦਾ ਸੀ ਕਿ ਇਹ ਜੰਗ ਸ਼ੁਰੂ ਹੋਣੀ ਹੈ ਯੂਰਪ ਦੇ ਵਿੱਚ, ਛੇਤੀ ਹੀ ਸਮੇਟੀ ਜਾਣੀ ਹੈ। ਖਾਸ ਕਰਕੇ ਜਿਹੜਾ ਇਸ ਜੰਗ ਦੇ ਵਿੱਚ ਮੁੱਖ ਪਾਤਰ ਸੀ ਜਰਮਨੀ, ਉਹਨੂੰ ਇਹ ਲੱਗਦਾ ਸੀ ਕਿ ਜੰਗ ਅਸੀਂ ਛੇਤੀ ਹੀ ਖਤਮ ਕਰ ਦੇਣੀ ਹੈ। ਉਹਦੇ ਕੁਝ ਕਾਰਨ ਸੀਗੇ, ਮੈਂ ਹੁਣੇ ਦੱਸਦਾ ਤੁਹਾਨੂੰ। ਕਾਰਨ ਸੀਗੇ ਕਿ ਜਦੋਂ ਤਾਕਤ ਕਿਸੇ ਕੋ ਬਣ ਜਾਂਦੀ ਹੈ ਤੇ ਉਹ ਤਾਕਤ ਦਾ ਗੁਮਾਨ ਹੋ ਜਾਂਦਾ ਉਹਨੂੰ ਕਿ ਸ਼ਾਇਦ ਇਹ ਜਿਹੜੀ ਤਾਕਤ ਹੈ ਇਹ ਮੇਰੀ ਤਾਕਤ ਨੂੰ ਕੋਈ ਤੋੜ ਨਹੀਂ ਸਕਦਾ, ਇਹਨੂੰ ਹਰਾ ਨਹੀਂ ਸਕਦਾ। ਸ਼ਾਇਦ ਇਹ ਵੀ ਇੱਕ ਕਾਰਨ ਸੀਗਾ ਕਿ ਵੱਖੋ ਵੱਖ ਅਲਾਇੰਸ ਬਣੇ ਹੋ ਸੀਗੇ, ਜਰਮਨੀ ਤੇ ਅਲੱਗ, ਜਿਹਦੇ ਵਿੱਚ ਜਰਮਨੀ ਉਹਦੇ ਨਾਲ ਬੋਸਨੀਆ ਹਰਜ਼ੇਗੋਵਿਨਾ ਤੇ ਸਰਬੀਆ ਵਗੈਰਾ ਉਹਦੇ ਨਾਲ ਸੀਗੇ। ਇੱਕ ਮਿਡਲ ਈਸਟ ਦੇ ਵਿੱਚ ਓਟਮਨ ਅੰਪਾਇਰ ਕਿਹਾ ਜਾਂਦਾ ਹੁੰਦਾ ਸੀਗਾ, ਬਹੁਤ ਵੱਡਾ ਅੰਪਾਇਰ, ਬਹੁਤ 500 ਸਾਲ ਤੋਂ ਵੀ ਜ਼ਿਆਦਾ ਚੱਲਿਆ ਸੀ, ਤਾਂ ਉਹ ਵੀ ਜਰਮਨੀ ਦੇ ਨਾਲ ਸੀ। ਸ਼ੁਰੂ ਵਿੱਚ ਇਟਲੀ ਨੂੰ ਵੀ ਸਮਝਿਆ ਜਾਂਦਾ ਸੀ ਕਿ ਜਰਮਨੀ ਦਾ ਸਾਥ ਦੇਵੇਗਾ, ਪਰ ਉਸਨੇ ਲੜਾਈ ਵਿੱਚ ਉਹਦਾ ਸਾਥ ਦੇਣ ਨਹੀਂ ਦਿੱਤਾ, ਉਹ ਪਿੱਛੇ ਹੋ ਗਿਆ। ਪਰ ਦੂਜੇ ਪਾਸੇ ਅਲਾਇੰਸ ਜਿਹੜਾ ਬਣਿਆ ਹੋਇਆ ਸੀਗਾ ਫਰਾਂਸ, UK, ਯੂਨਾਈਟਿਡ ਕਿੰਗਡਮ, ਰਸ਼ੀਆ, ਤੇ ਇਹ ਜਿਹੜਾ ਕਾਮਨਵੈਲਥ ਮੁਲਕ ਸੀਗੇ ਉਹਨਾਂ ਨੇ ਤੇ ਇਹਦੀ ਮਦਦ ਤੇ ਆਉਣਾ ਹੀ ਸੀਗਾ, ਕਿਉਂਕਿ ਉਹ ਇੱਕ ਅੰਪਾਇਰ ਸੀ, ਬ੍ਰਿਟਿਸ਼ ਅੰਪਾਇਰ, ਜਿਸ ਦਾ ਸੂਰਜ ਕਦੇ ਨਹੀਂ ਡੁੱਬਦਾ। ਚਾਹੇ ਉਹ ਇੰਡੀਆ ਸੀ, ਚਾਹੇ ਉਹ ਅਫਰੀਕਾ ਸੀ, ਚਾਹੇ ਉਹ ਆਸਟ੍ਰੇਲੀਆ ਸੀ, ਨਿਊਜ਼ੀਲੈਂਡ ਸੀ, ਕੈਨੇਡਾ ਸੀ, ਇਹਨਾਂ ਨੇ ਤੇ ਆਉਣਾ ਸੀ। USA ਭਾਵੇਂ ਆਪਣੇ ਆਪ ਨੂੰ ਵੱਖਰਾ ਸਮਝਦਾ ਸੀ, ਉਹ ਯੂਰਪ ਦੀ ਲੜਾਈ ਵਿੱਚ ਨਹੀਂ ਆਉਣਾ ਚਾਹੁੰਦਾ ਸੀ, ਪਰ ਉਸਨੂੰ ਵੀ ਘੜੀਸ ਲਿਆ ਗਿਆ। ਉਹਦੇ ਕੁਝ ਕਾਰਨ ਸੀਗੇ ਜਿਹੜੇ ਆਪਾਂ ਅੱਗੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਾਂਗੇ। ਇਸ ਲੜਾਈ ਦੇ ਵਿੱਚ ਬਹੁਤ ਨੁਕਸਾਨ ਹੋਇਆ। 8.5 ਮਿਲੀਅਨ ਫੌਜੀ ਹੀ ਮਾਰੇ ਗਏ ਸੀ, 11 ਮਿਲੀਅਨ ਸਿਵਿਲੀਅਨ, ਕਰੋੜ ਤੋਂ ਵੀ ਜ਼ਿਆਦਾ ਮਾਰੇ ਗਏ ਸੀ, 70 ਮਿਲੀਅਨ ਫੌਜੀਆਂ, ਸੰਸਾਰ ਦੇ ਫੌਜੀਆਂ ਨੇ ਭਾਗ ਲਿਆ ਸੀ ਇਹਦੇ ਵਿੱਚ। ਮਤਲਬ ਇਹ ਆ ਕਿ ਇਹ ਲੜਾਈ, ਛੋਟੀ ਜਿਹੀ ਲੜਾਈ ਤੋਂ ਈਸਟ ਯੂਰਪ, ਜਿਹੜਾ ਕਿ ਈਸਟ ਯੂਰਪ ਗੱਲ ਅੱਜ ਕੱਲ੍ਹ ਮੈਂ ਜਿਹੜੀ ਵੀ ਗੱਲ ਸਰਬੀਆ ਦੀ ਗੱਲ ਕੀਤੀ ਹੈ ਜਾਂ ਮੈਂ ਬੋਸਨੀਆ ਦੀ ਗੱਲ ਕੀਤੀ ਹੈ, ਇੱਕ ਛੋਟੇ ਜਿਹੇ ਇਲਾਕੇ ਦੇ ਵਿੱਚ ਇਹ ਲੜਾਈ ਦੇ ਕਾਰਨ ਬਣੇ ਸੀਗੇ, ਉੱਥੇ ਸ਼ੁਰੂ ਹੋਈ ਸੀ, ਪਰ ਉਹ ਇੰਨੀ ਵੱਡੀ ਕਿੱਦਾਂ ਬਣ ਗਈ। ਉਹ ਲੜਾਈ ਜੈਲਸੀ ਵੀ ਇੱਕ ਕਾਰਨ ਸੀ ਕਿ ਅਲਾਇੰਸ ਬਣੇ ਹੋਏ ਸੀਗੇ ਮੁਲਕਾਂ ਦੇ, ਕਿ ਉਹ ਆਪਣੇ ਆਪ ਨੂੰ ਤਾਕਤਵਰ ਸਮਝਦੇ ਸੀਗੇ, ਇਹ ਖਿੱਚੋਤਾਣ ਬਣਦੀ ਸੀ। ਉਹਨਾਂ ਮੁੱਖ ਕਾਰਨ ਜਿਹੜਾ ਅਲਾਇੰਸ ਬਣਦੇ ਸੀਗਾ ਕਿ ਜਿਹੜੀਆਂ ਕਲੋਨੀਜ਼ ਸੀਗੀਆਂ, ਕਲੋਨੀਆਂ ਸੀਗੀਆਂ, ਇਹਨਾਂ ਦੀਆਂ ਬ੍ਰਿਟਿਸ਼ ਦੀਆਂ ਵੀ, ਜਰਮਨ ਵਾਲਿਆਂ ਦੇ ਵੀ, ਉਹਨਾਂ 'ਤੇ ਵੀ ਲੜਾਈ ਸੀ ਕਿ ਕਿਹਨੇ, ਚਾਹੇ ਫਰਾਂਸ ਵਾਲਿਆਂ ਦੀ ਵੀ, ਚਾਹੇ ਸਪੇਨ ਵਾਲਿਆਂ ਦੀ ਵੀ, ਜਾਂ ਹੋਰ, ਕਿ ਉਹਨਾਂ 'ਤੇ ਕਿਹਨੇ ਕਬਜ਼ਾ ਕਰਨਾ ਹੈ, ਖਾਸ ਕਰਕੇ ਅਫਰੀਕਨ ਕਲੋਨੀਜ਼ ਦੇ ਵਿੱਚ। ਸ਼ਾਇਦ ਸਰੋਤਿਆਂ ਨੂੰ ਪਤਾ ਹੋਵੇ ਕਿ ਇਹ ਲੜਾਈ ਜਿਹੜੀ ਆ ਇਹ ਫਿਰ ਦੂਰ ਤੱਕ ਫੈਲ ਗਈ ਸੀ, ਅਫਰੀਕਾ ਤੱਕ ਵੀ ਫੈਲ ਗਈ ਸੀ, ਇੰਡੀਆ ਤੱਕ ਵੀ ਫੈਲ ਗਈ ਸੀ, ਜਾਪਾਨ ਤੱਕ ਵੀ ਫੈਲ ਗਈ ਸੀ, ਇਹ ਨਿਊਜ਼ੀਲੈਂਡ, ਆਸਟ੍ਰੇਲੀਆ ਤੱਕ ਵੀ ਫੈਲ ਗਈ ਸੀਗੀ। ਤੇ ਜਰਮਨੀ ਦੀਆਂ ਕਲੋਨੀਜ਼, ਜਿਹੜੇ ਪਾਪੂਆ ਨਿਊ ਗਿਨੀਆ ਵਗੈਰਾ, ਉੱਥੇ ਆਈਲੈਂਡਸ ਵਗੈਰਾ ਹੈਗੇ, ਉਹ ਜਰਮਨੀਜ਼ ਦਾ ਕਬਜ਼ਾ ਹੁੰਦਾ ਸੀ, ਤੇ ਉੱਥੇ ਵੀ ਲੜਾਈ ਫੈਲ ਗਈ ਸੀਗੀ। ਕਾਰਨ ਸੀਗੇ ਜਿਹੜੇ ਅਲਾਇੰਸ, ਇਹ ਲੱਗਦਾ ਸੀਗਾ ਮੁਲਕਾਂ ਨੂੰ ਕਿ ਮਿਲਟਰੀ ਤੇ ਪੋਲੀਟੀਕਲ ਪਾਵਰ ਸਾਡੇ ਕੋਲ ਵੱਡੀ ਹੈ। ਟੈਕਨੋਲੋਜੀ ਇੱਕ ਹੋਰ ਕਾਰਨ ਸੀਗਾ, ਨਵੇਂ ਟੈਂਕ, ਤੋਪਾਂ ਟੈਕਨੋਲੋਜੀ ਦੇ ਵਿੱਚ ਆ ਗਈਆਂ ਸੀਗੀਆਂ। ਰੇਡੀਓ ਟੈਕਨੋਲੋਜੀ ਕਿਸੇ ਲੜਾਈ ਦੇ ਵਿੱਚ ਪਹਿਲੀ ਵਾਰ ਵਰਤੀ ਗਈ ਸੀਗੀ,
ਕਮਿਊਨੀਕੇਸ਼ਨ ਟੈਕਨੋਲੋਜੀ। ਕਮਿਊਨੀਕੇਸ਼ਨ ਨੂੰ ਐਜ਼ ਏ ਹਥਿਆਰ ਵਰਤਿਆ ਗਿਆ ਸਭ ਤੋਂ ਪਹਿਲਾਂ। ਮੇਰਾ ਖਿਆਲ ਜਿੰਨੇ ਵੀ ਟੈਕਨੋਲੋਜੀ ਡਿਵੈਲਪਮੈਂਟ ਹੋਈਆਂ ਉਹਨਾਂ ਨੂੰ ਪਹਿਲੇ ਹਥਿਆਰ ਹੀ ਵਰਤਿਆ ਗਿਆ। ਤੁਸੀਂ ਭਾਵੇਂ ਦੇਖ ਲਓ ਵਹੀਕਲ, ਇਨਸਾਨ ਨੇ ਆਪਣਾ ਸਭ ਤੋਂ ਪਹਿਲਾਂ ਜਦੋਂ ਵਹੀਕਲ ਬਣਾਏ, ਟੈਂਕ ਬਣਾਏ, ਪਹੀਆਬੰਦ ਤੋਪਾਂ ਬਣਾਈਆਂ, ਟਰਾਂਸਪੋਰਟ ਦੇ ਸਾਧਨ, ਮਿਲਟਰੀ ਹਥਿਆਰ ਜਿਹੜੇ ਮੋਬਿਲਾਈਜ਼ ਹੋ ਸਕਣ, ਟੈਕਨੋਲੋਜੀ ਦੇ ਨਾਲ ਮਾਰ ਕਰ ਸਕਣ, ਉਹ ਇਨਸਾਨ ਨੇ ਬਣਾਏ। ਤਾਂ ਫਿਰ ਇਨਸਾਨ ਨੇ ਰੇਡੀਓ ਟੈਕਨੋਲੋਜੀ ਨੂੰ ਵੀ ਇਹਦੇ ਵਿੱਚ ਵਰਤਿਆ ਲੜਾਈ ਦੇ ਵਿੱਚ ਸਭ ਤੋਂ ਪਹਿਲਾਂ, ਜਦ ਕਿ ਰੇਡੀਓ ਟੈਕਨੋਲੋਜੀ ਆਪਾਂ ਇਸ ਟਾਈਮ ਵੀ ਵਰਤ ਰਹੇ ਹਾਂ ਇੱਕ ਚੰਗੇ ਕਾਰਜ ਦੇ ਲਈ। ਇਹ ਰੇਡੀਓ ਟੈਕਨੋਲੋਜੀ ਵਰਤਣ ਦੇ ਨਾਲ ਨਾਲ ਹਵਾਈ ਜਹਾਜ਼ ਦੀ ਟੈਕਨੋਲੋਜੀ ਵੀ ਨਵੀਂ ਆਈ ਸੀ। ਪਹਿਲੀ ਸੰਸਾਰ ਦੀ ਜੰਗ ਦੇ ਵਿੱਚ ਹਵਾਈ ਜਹਾਜ਼ਾਂ ਨਾਲ ਬੰਬ ਸੁੱਟੇ ਗਏ। ਇਹ ਪਹਿਲੀ ਵਾਰ ਹੋਇਆ ਸੀਗਾ ਕਿਸੇ ਲੜਾਈ ਦੇ ਵਿੱਚ ਹਵਾਈ ਜਹਾਜ਼ ਵੀ ਵਰਤੇ ਗਏ ਸੀਗੇ। ਟੈਕਨੋਲੋਜੀ ਤੇ ਹੋਰ ਜਿਹੜਾ ਲਾਲਸਾ ਵਧੀ ਕਿ ਹਾਂ ਜਿਹੜੀਆਂ ਹੋਰ ਕਲੋਨੀਆਂ ਆ ਕਿਹਨੇ ਸਭ ਤੋਂ ਵੱਧ ਕਬਜ਼ਾ ਕਰਨਾ ਆ ਤੇ ਇੱਕ ਦੂਸਰੇ ਤੋਂ ਤਾਕਤਵਰ ਉਹਨਾਂ ਨੂੰ ਉੱਥੋਂ ਕੀ ਕਹਿ ਰਹੋ ਕਿ ਲੁੱਟ ਕੇ ਲਿਆ ਕੇ ਮੁਲਕ ਨੂੰ ਚੰਗਾ ਬਣਾਉਣਾ ਹੈਗਾ। ਸੋ ਰੂਟ ਕਾਰਨ ਇਸ ਲੜਾਈ ਦਾ ਈਸਟ ਯੂਰਪ ਦੇ ਵਿੱਚ ਇੱਕ ਘਟਨਾ ਵਾਪਰੀ ਸੀ। ਸਰਬੀਆ, ਮੌਂਟੀਨੀਗਰੋ, ਗ੍ਰੀਸ, ਬੋਸਨੀਆ ਹਰਜ਼ੇਗੋਵਿਨਾ, ਇਹ ਮੁਲਕ ਜਿਹੜੇ ਆ ਇਹ ਛੋਟੀਆਂ ਲੜਾਈਆਂ ਪਹਿਲਾਂ ਵੀ ਲੜ ਚੁੱਕੇ ਸੀਗੇ। ਇਹਨਾਂ ਵਿੱਚ ਤਲਖੀ ਜਿਹੜੀ ਆ ਪਹਿਲਾਂ ਵੀ ਵੱਧ ਗਈ ਸੀਗੀ। ਮੈਂ ਈਸਟ ਯੂਰਪ ਦੀ ਗੱਲ ਕਰ ਰਹੀ ਹਾਂ, ਜਿਹੜੇ ਮੁਲਕਾਂ ਦਾ ਮੈਂ ਹੁਣੇ ਨਾਂ ਲੈ ਕੇ ਹਾਂ। ਉਹ ਈਸਟ ਯੂਰਪ ਦੇ ਵਿੱਚ ਜੋ ਛੋਟੀਆਂ ਲੜਾਈਆਂ ਹੋ ਗਈਆਂ ਸੀਗੀਆਂ ਤੇ ਉਹਦੇ ਕਾਰਨ ਇਹ ਵੀ ਹੋ ਸਕਿਆ ਇਹਨਾਂ ਵਿੱਚ ਫੰਡਾਲਿਜ਼ਮ, ਨੈਸ਼ਨਲਿਜ਼ਮ ਲੋਕਾਂ ਵਿੱਚ ਬਹੁਤ ਵੱਧ ਗਿਆ ਸੀਗਾ। ਸਰੋਤੇ ਜਾਣਦੇ ਹੋਣੇ ਆ ਕਿ ਜਦੋਂ ਫੰਡਾਲਿਜ਼ਮ, ਨੈਸ਼ਨਲਿਜ਼ਮ ਲੋਕਾਂ ਵਿੱਚ ਜ਼ਿਆਦਾ ਆ ਜਾਵੇ ਉਹ ਫਿਰ ਦੂਸਰੇ ਨੂੰ ਨਫ਼ਰਤ ਕਰਨ ਲੱਗਦੇ ਹਨ। ਆਪਾਂ ਇਹ ਮੁਲਕਾਂ 'ਚ ਦੇਖਦੇ ਹੀ ਹੈਗੇ ਹਾਂ ਆਮ ਕਰਕੇ, ਚਾਹੇ ਉਹ ਰਿਲੀਜੀਅਸ ਫੰਡਾਲਿਜ਼ਮ ਹੋਵੇ, ਚਾਹੇ ਉਹ ਕਹਿ ਲਓ ਕਿ ਭਾਵੇਂ ਜਾਤ ਪਾਤ ਵੀ ਹੋਵੇ, ਤਾਂ ਭਾਵੇਂ ਜੋ ਸਾਡੇ ਐਥਨੀਸਿਟੀ ਆ, ਅਸੀਂ ਕਹਿੰਦੇ ਹਾਂ ਕਿ ਅਸੀਂ ਇਹਨੂੰ ਕਮਿਊਨਿਟੀ ਨੂੰ ਬਿਲੋਂਗ ਕਰਦੇ ਹਾਂ, ਉਹਦੇ ਵਿੱਚ ਜੋ ਫੰਡਾਲਿਜ਼ਮ ਆ ਜਾਂਦਾ, ਨੈਸ਼ਨਲਿਜ਼ਮ ਆ ਜਾਂਦਾ, ਹੰਕਾਰ ਪੈਦਾ ਕਰ ਦਿੰਦਾ ਤੇ ਉਹ ਦੂਜੇ ਨੂੰ ਘਟੀਆ ਤੇ ਨੀਵਾਂ ਸਮਝਣ ਲੱਗ ਪੈਂਦਾ। ਇਹ ਵੀ ਇਹਨਾਂ ਮੁਲਕਾਂ ਵਿੱਚ ਹੋ ਚੁੱਕਾ ਸੀਗਾ। ਸਰਾਜੇਵੋ ਦੇ ਵਿੱਚ ਇੱਕ ਹੱਤਿਆ ਹੋਈ ਸੀਗੀ। ਉਹ ਸੀਗਾ ਫਰਾਂਜ਼ ਫਰਡੀਨੈਂਡ। ਹੰਗਰੀਆ ਤੇ ਆਸਟਰੀਆ ਇੱਕ ਮੁਲਕ ਹੁੰਦੇ ਸੀ। ਹੰਗਰੀਆ, ਆਸਟਰੀਆ ਇੱਕ ਮੁਲਕ ਹੁੰਦਾ ਸੀਗਾ। ਫਰਾਂਜ਼ ਫਰਡੀਨੈਂਡ ਉੱਤਰਾਧਿਕਾਰੀ ਸੀਗਾ ਹੰਗਰੀ, ਆਸਟਰੀਆ ਦਾ। ਉਹ ਸਰਾਜੇਵੋ ਦੇ ਦੌਰੇ ਤੇ ਗਿਆ। ਕੀ ਹੋਇਆ, ਉਹ ਜਦੋਂ ਉੱਥੇ ਦੌਰੇ ਤੇ ਜਾ ਰਿਹਾ ਸੀਗਾ, ਭਾਵੇਂ ਉਹਨੂੰ ਵਾਰਨਿੰਗ ਦਿੱਤੀ ਗਈ ਸੀ ਕਿ ਤੇਰੇ ਤੇ ਹਮਲਾ ਹੋ ਸਕਦਾ ਆ ਫਰਾਂਸ ਤੇ, ਪਰ ਫੇਰ ਵੀ ਉੱਥੇ ਚਲੇ ਗਿਆ। ਜਦੋਂ ਉਹ ਪਰੇਡ ਦੇ ਵਿੱਚ ਜਾ ਰਿਹਾ ਸੀਗਾ, 6 ਲੋਕਾਂ ਨੇ ਉਹ ਤੇ ਹਮਲਾ ਕਰਨ ਦੀ, ਉੱਥੋਂ ਦੇ ਜੋ ਉਹਦੇ ਵਿਰੋਧੀ ਸਨ ਸਰਾਜੇਵੋ ਦੇ, ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਗ੍ਰਨੇਡ ਸਿੱਟਿਆ ਉਹਦੇ ਜੋ ਮੋਟਰਕੇਡ ਸੀਗਾ ਜੋ ਉਹ ਜਾ ਰਿਹਾ ਸੀਗਾ, ਪਰ ਉਹ ਬਚ ਨਿਕਲ ਗਿਆ। ਕੁਝ ਲੋਕ ਜ਼ਖਮੀ ਹੋ ਗਏ। ਫਰਾਂਜ਼ ਫਰਡੀਨੈਂਡ ਜਿਹੜਾ ਹੰਗਰੀ, ਆਸਟਰੀਆ ਦਾ ਉੱਤਰਾਧਿਕਾਰੀ ਸੀ ਰਾਜੇ ਦਾ, ਉਹ ਹਸਪੀਟਲ ਦੇ ਵਿੱਚ ਦੇਖਣ ਚਲੇ ਗਿਆ ਜਿਹੜੇ ਜ਼ਖਮੀ ਹੋਏ ਸੀਗੇ ਉਸ ਬੰਬ ਦੇ ਨਾਲ। ਘੰਟੇ ਬਾਅਦ ਹੀ ਜਦੋਂ ਜ਼ਖਮੀਆਂ ਨੂੰ ਦੇਖ ਕੇ ਉਹ ਵਾਪਸ ਮੁੜ ਰਿਹਾ ਸੀਗਾ, ਉਹਦਾ ਜਿਹੜਾ ਮੋਟਰਕੇਡ ਸੀਗਾ, ਉਹਦੇ ਜਿਹੜਾ ਸਾਰੇ ਗੱਡੀਆਂ ਆ ਰਹੀਆਂ ਸੀਗੀਆਂ, ਉਹਨੂੰ ਰਸਤਾ ਭੁੱਲ ਗਈਆਂ, ਦੂਜੇ ਪਾਸੇ ਚਲ ਗਈਆਂ। ਉੱਥੇ ਉਹਨਾਂ 5-6 ਬੰਦਿਆਂ ਨੇ ਜਿਨ੍ਹਾਂ ਨੇ ਪਹਿਲਾਂ ਹਮਲਾ ਕੀਤਾ ਸੀਗਾ, ਉਹਨਾਂ ਵਿੱਚੋਂ ਇੱਕ ਬੰਦਾ ਪ੍ਰਿੰਸਿਪ ਉੱਥੇ ਖੜਾ ਸੀ ਪਿਸਤੌਲ ਲੈ ਕੇ। ਅਚਾਨਕ ਹੀ ਹੋਇਆ, ਜਦ ਕਿ ਉਹਦੇ ਕੋਲ ਪਿਸਤੌਲ ਸੀਗਾ, ਉਹਨੇ ਮੌਕਾ ਦੇਖਿਆ ਫਰਾਂਜ਼ ਫਰਡੀਨੈਂਡ ਨੂੰ ਗੋਲੀ ਮਾਰ ਦਿੱਤੀ ਤੇ ਉਹਦੀ ਵਾਈਫ ਨੂੰ ਵੀ ਗੋਲੀ ਮਾਰਤੀ ਤੇ ਉਹਨਾਂ ਨੂੰ
ਦੋਨਾਂ ਨੂੰ ਮਾਰ ਦਿੱਤਾ। ਹੁਣ ਜਿਹੜਾ ਆਸਟਰੀਆ ਹੰਗਰੀਆ ਦਾ ਕਿੰਗ ਸੀਗਾ ਫਰਾਂਸ ਜੋਸੇਫ, ਉਹਨੇ ਇਸ ਗੱਲ ਦਾ ਬੁਰਾ ਮਨਾਇਆ, ਪਰ ਇਸ ਟਾਈਮ ਕੋਈ ਐਡੀ ਵੱਡੀ ਗੱਲ ਨਹੀਂ ਹੋਈ। ਥੋੜਾ ਚਿਰ ਇਹ ਸ਼ਾਂਤੀ ਰਹੀ, ਪਰ ਸਰਾਜੇਵੋ, ਕਿਉਂਕਿ ਉਹਦਾ ਵਿਰੋਧੀ ਸੀਗਾ ਹੰਗਰੀ ਆਸਟਰੀਆ ਦਾ, ਕਿ ਉਸ ਮੁਲਕ ਦੇ ਵਿੱਚ ਰਸ਼ੀਆ ਦੀ ਵੀ ਅੱਖ ਸੀਗੀ ਉਹ 'ਤੇ ਕਬਜ਼ਾ ਕਰਨ ਨੂੰ, ਤੇ ਇਹਨਾਂ ਦੀ ਵੀ, ਹੰਗਰੀ ਆਸਟਰੀਆ ਦੀ ਵੀ ਇਹ ਆਸ ਸੀਗੀ ਕਿ ਅਸੀਂ ਸਰਾਜੇਵੋ ਨੂੰ, ਸਰਬੀਆ ਨੂੰ ਆਪਣੇ ਮੁਲਕ ਦੇ ਵਿੱਚ ਰਲਾ ਲੈਣਾ, ਤੇ ਇਸੇ ਗੱਲ ਦਾ ਉਹ ਲੋਕ ਵਿਰੋਧ ਕਰਦੇ ਸੀਗੇ, ਤੇ ਇਸੇ ਕਰਕੇ ਉਹਨਾਂ ਨੇ ਗੋਲੀ ਚਲਾਈ ਸੀਗੀ ਇਹ ਜਿਹੜਾ ਹੰਗਰੀ ਆਸਟਰੀਆ ਦਾ ਉੱਤਰਾਧਿਕਾਰੀ ਸੀਗਾ ਰਾਜੇ ਦਾ। ਸੋ ਉਹਨੂੰ ਮਾਰਨ ਦੇ ਨਾਲ ਰਾਜੇ ਨੇ ਇਸ ਗੱਲ ਦਾ ਬੁਰਾ ਮਨਾਇਆ, ਤੇ ਜਰਮਨੀ ਨੇ ਵੀ ਬੁਰਾ ਮਨਾਇਆ। ਹਾਲੇ ਅਜੇ ਕੁਛ ਨਹੀਂ ਹੋਇਆ, ਪਰ ਬਾਅਦ ਦੇ ਵਿੱਚ ਕੁਝ ਸਮਾਂ ਪਾ ਕੇ ਇੱਕ ਹੋਰ ਡਿਵੈਲਪਮੈਂਟ ਹੋਈ। ਉਹ ਕੀ ਡਿਵੈਲਪਮੈਂਟ ਹੋਈ ਉਹ ਬ੍ਰੇਕ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਕਿਉਂਕਿ ਬ੍ਰੇਕ ਦਾ ਟਾਈਮ ਆ। ਮਿਲਦੇ ਆ ਇਸ ਬ੍ਰੇਕ ਤੋਂ ਬਾਅਦ। ਸਾਨੂੰ ਫੋਨ ਕੀਤਾ ਬਹਾਦਰ ਸਿੰਘ, ਉਹ ਆਪਣੇ ਯਾਰਾਂ ਦੋਸਤਾਂ ਦੇ ਨਾਂ ਗਾਣਾ ਵੀ ਸੁਣਨਾ ਚਾਹੁੰਦੇ ਆ। ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ। ਰਵੀ ਬਲਵੀਰ ਸਿੰਘ ਨੂੰ ਯਾਦ ਕੀਤਾ ਉਹਨਾਂ ਨੇ, ਤੇ ਮੈਂ ਆਸ ਕਰਦਾ ਉਹ ਵੀ ਸੁਣ ਰਹੇ ਹੋਗੇ ਪ੍ਰੋਗਰਾਮ ਨੂੰ। ਗੱਲ ਕਰਦਾ ਸੀ ਪਹਿਲੀ ਸੰਸਾਰਕ ਜੰਗ 1914, ਜੁਲਾਈ 1914। 100 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਸਮਾਂ। ਕੀ ਘਟਨਾਵਾਂ ਸੀਗੀਆਂ ਕਿ ਇਹ ਸੰਸਾਰਕ ਜੰਗ ਹੋਈ। ਈਸਟ ਯੂਰਪ, ਸਰਬੀਆ, ਹੰਗਰੀ, ਆਸਟਰੀਆ, ਬੋਸਨੀਆ, ਇੱਥੋਂ ਜੰਗ ਦਾ ਮੁੱਢ ਬਚਿਆ। ਆਸਟਰੀਆ ਹੰਗਰੀਆ ਦਾ ਜਿਹੜਾ ਫਰਡੀਨੈਂਡ ਰਾਜਾ ਦਾ ਉੱਤਰਾਧਿਕਾਰੀ ਸੀਗਾ ਫਰਾਂਸ ਜੋਸੇਫ ਦਾ, ਉਹਦੀ ਹੱਤਿਆ ਹੋ ਗਈ ਸਰਬੀਆ ਦੇ ਵਿੱਚ, ਸਰਾਜੇਵੋ 'ਚ ਕੀਤੀ ਹੱਤਿਆ ਕਿ ਇਹਨਾਂ ਨੇ ਜਿਹੜੇ ਸਰਬੀਅਨ ਗਰੁੱਪ ਸੀਗਾ ਬਲੈਕ ਹੈਂਡ, ਜਿਹੜੇ ਆਸਟਰੀਅਨ ਦੀ ਜਿਹੜੀ ਕਹਿੰਦੇ ਹੁੰਦੇ ਆ ਕਿ ਉਹਦੇ ਸਰਬੀਆ ਦੇ ਮਾਮਲਿਆਂ 'ਚ ਦਖਲ ਦਿੰਦੇ ਸੀਗੀ, ਉਹ 'ਤੇ ਕਬਜ਼ਾ ਕਰਨਾ ਚਾਹੁੰਦੀ ਸੀ, ਉਹ 'ਤੇ ਕੰਟਰੋਲ ਕਰਨਾ ਚਾਹੁੰਦੀ ਸੀ, ਉਹਦਾ ਵਿਰੋਧ ਕਰਨ ਵਾਲੇ ਗਰੁੱਪ ਨੇ। ਉਹ ਸਰਬੀਅਨ ਲੋਕ ਆਪ ਆਜ਼ਾਦ ਰਹਿਣਾ ਚਾਹੁੰਦੇ ਸੀ ਕਿ ਉਹ ਹੰਗਰੀ ਆਸਟਰੀਆ ਦਾ ਕੋਈ ਉਹ 'ਤੇ ਕਬਜ਼ਾ ਨਹੀਂ ਚਾਹੁੰਦੇ ਸੀਗੇ। ਜਦੋਂ ਸਰਾਜੇਵੋ ਵਿੱਚ ਇਹਨੂੰ ਮਾਰ ਦਿੱਤਾ ਗਿਆ, ਸਟੇਟ ਵੇ ਕੁਝ ਨਹੀਂ ਹੋਇਆ, ਪਰ ਬਹੁਤ ਜ਼ਿਆਦਾ ਰਾਇਵਰੀ ਵੱਧ ਗਈ। ਆਸਟਰੀਆ ਹੰਗਰੀ ਦੇ ਜਿਹੜੇ ਸਰਕਾਰ ਸੀਗੀ ਉਹਨੇ ਬੋਸਨੀਅਨ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰਤੀ। ਬੋਸਨੀਅਨ ਨੇ ਜਿਹੜੇ ਸਰਬਸ ਨੂੰ ਮਾਰਨਾ ਸ਼ੁਰੂ ਕਰਤਾ, ਉਹਨਾਂ ਦੇ ਘਰਾਂ ਨੂੰ ਅੱਗਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਦ ਸਰੋਤਿਆਂ ਨੂੰ ਪਤਾ ਹੋਵੇ ਕਿ 1990s ਦੇ ਵਿੱਚ ਵੀ ਇਹੋ ਜਿਹਾ ਕੁਝ ਹੋਇਆ ਹੈਗਾ ਯੂਗੋਸਲਾਵੀਆ, ਇਸ ਏਰੀਏ ਦੇ, ਬੋਸਨੀਆ, ਸਰਬੀਆ ਦੇ, ਕੋਸੋਵੋ ਦੇ ਵਿੱਚ। ਇਹੋ ਜਿਹਾ ਉਹੀ ਰਾਇਵਰੀ ਜਿਹੜੀ ਆ ਲੋਕਾਂ ਦੇ ਵਿੱਚ ਖਿੱਚੋਤਾਣ, ਉਹ ਅਜੇ ਤੱਕ ਵੀ ਖਤਮ ਨਹੀਂ, ਪਰ ਹੁਣ ਉਹ ਕਾਫੀ ਜ਼ਿਆਦਾ ਟੁੱਟ ਕੇ ਮੁਲਕ ਬਣ ਗਏ ਹੈਗੇ। ਤਾਂ ਜਦੋਂ ਇਹ ਦੰਗੇ ਹੋਣ ਲੱਗ ਪਏ, ਸਰਬੀਆ ਲੋਕਾਂ ਨੂੰ ਮਾਰਿਆ ਜਾਣ ਲੱਗਾ, ਆਸਟਰੀਅਨ ਹੰਗਰੀਅਨ ਨੇ ਕਾਲੇ ਕਾਨੂੰਨ ਬਣਾਉਣੇ ਸ਼ੁਰੂ ਕਰਤੇ, ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ। ਉਹ ਕਾਲੇ ਕਾਨੂੰਨਾਂ ਦੇ ਆਧਾਰ 'ਤੇ ਉਹਨਾਂ ਨੂੰ ਫਾਂਸੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ, ਤੇ ਸਰਬ ਲੋਕਾਂ ਦੀ ਕਹਿ ਲਓ ਕਿ ਜੀਣਾ ਖਰਾਬ ਕਰ ਦਿੱਤਾ। ਮਤਲਬ ਕਿ ਇਹ ਲੜਾਈ ਦੇ ਕਾਰਨ ਦੁਨੀਆ ਭਰ ਦੇ ਵਿੱਚ ਵੀ ਡਿਪਲੋਮੈਟਿਕ ਵੋਰ ਚੱਲ ਪਈ। ਕੋਈ ਸਰਬਸ ਦੀ ਮਦਦ 'ਤੇ ਆ ਗਿਆ,
ਕੋਈ ਆਸਟਰੀਆ ਦੀ ਮਦਦ ਤੇ ਆ ਗਿਆ। ਆਸਟਰੀਆ ਹੰਗਰੀ ਦੀ ਮਦਦ ਤੇ ਜਰਮਨੀ ਸੀ, ਆਟੋਮਨ ਐਮਪਾਇਰ ਸੀਗਾ, ਤੇ ਦੂਜੇ ਪਾਸੇ ਰਸ਼ੀਆ ਸੀ, ਫਰਾਂਸ ਸੀਗੇ, ਜਾਂ ਬ੍ਰਿਟਿਸ਼ ਨੇ ਪਹਿਲਾਂ ਕੋਸ਼ਿਸ਼ ਕੀਤੀ ਕਿ ਅਸੀਂ ਇਸ ਗੱਲ ਤੋਂ ਬਾਹਰ ਰਹੀਏ, ਪਰ ਡਿਪਲੋਮੈਟਿਕਲੀ ਉਹਨਾਂ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਜਿਹੜਾ ਸਰਬ ਲੋਕਾਂ ਨੂੰ ਉੱਥੇ ਜੇਲ੍ਹਾਂ ਵਿੱਚ ਬੰਦ ਕੀਤਾ ਜਾਂਦਾ ਕਾਲੇ ਕਾਨੂੰਨ ਬਣਾ ਕੇ ਜਾਂ ਫਾਂਸੀਆਂ ਦਿੱਤੀਆਂ ਜਾਂਦੀਆਂ, ਉਹ ਗਲਤ ਹੈਗੇ। ਮਤਲਬ ਕਿ ਆਸਟਰੀਆ ਹੰਗਰੀ ਦੀ ਸਰਕਾਰ ਨੇ ਜਿਹੜਾ ਬਲੈਕ ਹੈਂਡ ਸਰਬੀਅਨ ਗਰੁੱਪ ਸੀ ਉਹਨੂੰ ਲੰਮੇ ਹੱਥੀ ਲੈਣ ਦੀ ਕੋਸ਼ਿਸ਼ ਕੀਤੀ, ਉਹਦੀ ਮਾਰਨਾ ਸ਼ੁਰੂ ਕੀਤਾ। ਤੇ ਜਿਹੜਾ 23 ਜੁਲਾਈ 1914 ਨੂੰ ਗੱਲ ਆ, ਸਰਬੀਆ ਨੇ ਆਸਟਰੀਆ ਹੰਗਰੀ ਨੇ ਦੀ ਸਰਕਾਰ ਜਿਹੜੀ ਸੀਗੀ ਫਰਾਂਸ ਜੋਸੇਫ, ਉਹਨੇ ਸਰਬੀਆ ਦੇ ਅੱਗੇ 10 ਮੰਗਾਂ ਰੱਖਤੀਆਂ ਕਿ ਇਹ 10 ਮੰਗਾਂ ਮੰਨ ਲਾ, ਨਹੀਂ ਤਾਂ ਅਸੀਂ ਤੇਰੇ ਤੇ ਹਮਲਾ ਕਰ ਦੇਣਾ, ਤੈਨੂੰ ਆਪਣੇ ਖਤਮ ਕਰ ਦੇਣਾ। ਮੰਗਾਂ ਬਹੁਤ ਸਖਤ ਸੀਗੀਆਂ, ਬੇਸਿਕਲੀ ਕਿ ਸਾਡੀ ਈਨ ਮੰਨ ਕਿ ਜਿਹੜਾ ਫਰਡੀਨੈਂਡ ਨੂੰ ਤੁਹਾਡੇ ਮੁਲਕ ਦੇ ਵਿੱਚ ਮਾਰਿਆ ਗਿਆ ਆ, ਉਹਦੀ ਇਨਕੁਆਇਰੀ ਅਸੀਂ ਆਪ ਹੱਥ ਲੈਣੀ ਆ, ਅਸੀਂ ਉੱਥੇ ਆਉਣਾ ਆ, ਉਹ ਬੰਦੇ ਆਪ ਕਰਕੇ ਅਸੀਂ ਆਪ ਸਾਨੂੰ ਦਿਓ, ਉਹਨਾਂ ਨੂੰ ਅਸੀਂ ਮਾਰਨਾ ਆ। ਤਾਂ ਕਹਿੰਦੇ ਕਿ 10 ਮੰਗਾਂ ਚੋਂ ਸਿਰਫ 2 ਮੰਗਾਂ ਨਹੀਂ ਮੰਗੀਆਂ, 8 ਮੰਗਾਂ ਸਰਬੀਆ ਨੇ ਮੰਨ ਲਈਆਂ ਸੀਗੀਆਂ, ਜਿਹੜੀਆਂ ਕਿ ਉਹਦੀ ਸੋਵਰਨਿਟੀ, ਉਹਦੀ ਆਜ਼ਾਦੀ ਤੇ ਹਮਲਾ ਸੀਗਾ ਕਿ ਸਰਬੀਆ ਬਿਲਕੁਲ ਸਰੈਂਡਰ ਕਰੇ, ਕਿ ਉਹਦੀ ਈਨ ਮੰਨੇ ਤੇ ਉਹਦਾ ਅਧਿਕਾਰ ਮੰਨੇ ਸਰਬੀਆ ਤੇ ਮੰਨਣ ਤੇ ਇਨਕਾਰ ਕਰ ਦਿੱਤਾ। ਜਦੋਂ ਇਹ ਇਨਕਾਰ ਕੀਤਾ ਸਰਬੀਆ ਨੇ ਹੰਗਰੀ ਨੂੰ, ਉਸੇ ਵੇਲੇ ਉਹਨੇ ਦੂਜੇ ਦਿਨ ਹੀ ਆਸਟਰੀਆ ਹੰਗਰੀ ਨੇ ਆਪਣੇ ਸੰਬੰਧ ਤੋੜ ਲਏ। 24 ਜੁਲਾਈ 1914 ਨੂੰ, ਸਿਰਫ 4 ਦਿਨਾਂ ਬਾਅਦ ਹੀ 28 ਜੁਲਾਈ ਨੂੰ ਸਰਬੀਆ ਤੇ ਹਮਲਾ ਕਰਤਾ। ਹੰਗਰੀ ਆਸਟਰੀਆ ਇੱਕ ਸਿੰਗਲ ਮੁਲਕ ਸੀ। ਤੇ ਇਹਦੇ ਨਾਲ ਹੀ 30 ਜੁਲਾਈ ਨੂੰ 2 ਦਿਨ ਬਾਅਦ ਰਸ਼ੀਆ ਨੇ ਇਹ ਕਹਿ ਦਿੱਤਾ ਕਿ ਅਸੀਂ ਸਰਬ ਲੋਕਾਂ ਦੀ ਮਦਦ ਕਰਨੀ ਹੈ। ਸਰਬੀਆ ਦੇ ਲੋਕਾਂ ਤੇ ਜਿਹੜਾ ਹਮਲਾ ਹੋਇਆ, ਅਸੀਂ ਉੱਥੇ ਆਪਣੀਆਂ ਫੌਜਾਂ ਭੇਜ ਕੇ ਉਹਨਾਂ ਨੂੰ ਇੱਥੋਂ ਆਸਟਰੀਆ ਹੰਗਰੀ ਨੂੰ ਇਹ ਤੇ ਕਬਜ਼ਾ ਨਹੀਂ ਕਰਨ ਦੇਣਾ, ਰਸ਼ੀਅਨ ਨੇ ਕਿਹਾ। ਜੋ ਜਰਮਨੀ ਬੈਕਅਪ ਕਰ ਰਿਹਾ ਸੀਗਾ ਹੰਗਰੀ ਆਸਟਰੀਆ ਦੀ, ਜਰਮਨੀ ਨੇ 31 ਜੁਲਾਈ ਨੂੰ ਰਸ਼ੀਆ ਨੂੰ ਵਾਰਨਿੰਗ ਦਿੱਤੀ, ਤੁਸੀਂ ਬਾਹਰ ਰਹੋ, ਜੇ ਤੁਸੀਂ ਬਾਹਰ ਰਹੋਗੇ ਅਸੀਂ ਵੀ ਬਾਹਰ ਰਵਾਂਗੇ। ਫਰਾਂਸ ਨੂੰ ਵੀ ਕਿਹਾ ਕਿ ਤੁਸੀਂ ਬਾਹਰ ਰਹੋ ਇਸ ਲੜਾਈ ਵਿੱਚ, ਸਰਬੀਆ ਤੇ ਹੰਗਰੀ ਆਸਟਰੀਆ ਨੂੰ ਲੜ ਲੈਣ ਦਿਓ ਤੇ ਅਸੀਂ ਵੀ ਬਾਹਰ ਰਵਾਂਗੇ। ਪਰ ਜਰਮਨੀ ਨੂੰ ਇਹ ਪਤਾ ਸੀ ਕਿ ਸਰਬੀਆ ਇੰਨਾ ਤਾਕਤਵਰ ਨਹੀਂ ਹੈਗਾ, ਆਸਟਰੀਆ ਹੰਗਰੀ ਕਾਫੀ ਤਾਕਤਵਰ ਹੈਗਾ, ਤੇ ਉਹਨੇ ਇਹ ਗੱਲ ਨਹੀਂ, ਦੂਸਰੇ ਮੁਲਕਾਂ ਨੇ ਇਹ ਗੱਲ ਨਹੀਂ ਮੰਨੀ। ਤੇ ਜਿਹੜੀ ਇਸ ਇਲਾਕੇ ਦੇ ਵਿੱਚ ਲੜਾਈ, ਫਰਾਂਸ ਨੇ ਕਿਹਾ, ਅਸੀਂ ਥੋੜੀ ਦਬਮੀ ਆਵਾਜ਼ ਦੇ ਵਿੱਚ ਕਿਹਾ, ਅਸੀਂ ਨਹੀਂ ਚੱਲ ਲੜਾਈ 'ਚ ਆਉਂਦੇ, ਪਰ ਅੰਦਰੋਂ ਅੰਦਰ ਉਹਨੇ ਤਿਆਰੀ ਸ਼ੁਰੂ ਕਰ ਲਈ ਸੀਗੀ ਕਿ ਜਰਮਨੀ ਤੋਂ ਹਮਲਾ ਹੋ ਸਕਦਾ ਆ। ਤੇ ਇਹਦਾ ਨਤੀਜਾ ਕੀ ਹੋਇਆ ਕਿ ਜਦੋਂ ਇਹ ਗੱਲ ਨਹੀਂ ਬਣੀ, ਫਿਰ 1 ਅਗਸਤ ਨੂੰ ਜਰਮਨੀ ਨੇ ਰਸ਼ੀਆ ਤੇ ਹਮਲਾ ਕਰ ਦਿੱਤਾ ਤੇ ਆਸਟਰੀਆ ਹੰਗਰੀ ਨੇ ਸਰਬੀਆ ਤੇ ਹਮਲਾ ਪਹਿਲਾਂ ਹੀ ਕਰ ਚੁੱਕੇ ਸੀਗੇ। ਈਸਟ ਯੂਰਪ ਵਿੱਚ ਲੜਾਈ ਸ਼ੁਰੂ ਹੋ ਗਈ। ਹੁਣ ਫਰਾਂਸ ਨੇ ਕੋਈ ਵਧੀਆ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਸੀਗਾ ਜਰਮਨੀ ਨੂੰ ਕਿ ਮੈਂ ਬਾਹਰ ਰਵਾਂ। ਅੰਦਰੋਂ ਤਿਆਰੀ ਕਰਦਾ ਰਿਹਾ, ਚਾਹੇ ਫਰਾਂਸ ਨੇ ਇਹ ਕਹਿ ਦਿੱਤਾ ਸੀਗਾ ਕਿ ਅਸੀਂ ਇਸ ਲੜਾਈ ਵਿੱਚ ਨਹੀਂ ਆਉਣਾ, ਕੋਈ ਗੱਲ ਨਹੀਂ, ਪਰ ਅੰਦਰੋਂ ਅੰਦਰ ਹੀ ਉਹਨੇ ਆਪਣੀ ਡਿਫੈਂਸ ਸ਼ੁਰੂ ਕਰ ਦਿੱਤੀ ਸੀਗੀ। ਬ੍ਰਿਟਿਸ਼ ਕਹਿੰਦੇ ਸੀਗੇ ਓਕੇ ਅਸੀਂ ਬਾਹਰ ਰਹਿੰਦੇ ਹਾਂ, ਕੱਲੀ ਈਸਟ ਯੂਰਪ ਦੀ ਲੜਾਈ ਆ, ਇਹਨੂੰ ਉੱਥੇ ਹੀ ਨਜਿੱਠ ਲਓ, ਅਸੀਂ ਨਹੀਂ ਆਉਂਦੇ ਵਿੱਚ ਅਜੇ। ਗੱਲ ਕੀ, ਬ੍ਰਿਟਿਸ਼ ਦਾ ਸਮਝੌਤਾ ਸੀਗਾ ਫਰਾਂਸ ਨਾਲ, ਬੈਲਜੀਅਮ ਦੇ ਨਾਲ, ਕਿ ਜਦੋਂ ਵੀ ਕਿਤੇ ਬੈਲਜੀਅਮ ਤੇ ਕੋਈ ਹਮਲਾ ਕਰੇਗਾ ਉਹ ਬੈਲਜੀਅਮ ਦੀ ਮਦਦ ਕਰੇਗਾ। ਤੇ ਪਰ ਜਦੋਂ ਪਤਾ ਸੀ ਕਿ ਫਰਾਂਸ ਨੂੰ ਕਿ ਹਾਂ ਜਰਮਨੀ ਨੇ ਹਮਲਾ ਕਰਨਾ ਹੀ ਆ,
ਤਾਂ ਜਰਮਨੀ ਨੇ ਕੀ ਕੀਤਾ, ਉਹਨੇ ਬੈਲਜੀਅਮ ਦੇ ਰਾਹੀਂ ਰਾਹ ਚੂਜ਼ ਕੀਤਾ। ਬੈਲਜੀਅਮ ਨੂੰ ਜਰਮਨੀ ਨੇ ਕਿਹਾ ਕਿ ਅਸੀਂ ਫਰਾਂਸ ਵਿੱਚ ਜਾਣਾ ਆ, ਉੱਥੇ ਹਮਲਾ ਕਰਨਾ ਆ, ਪਰ ਤੁਸੀਂ ਸਾਡੇ ਅੱਗੇ ਨਹੀਂ ਆਉਣਾ, ਤੁਸੀਂ ਸਾਨੂੰ ਇਜਾਜ਼ਤ ਦਿਓ। ਪਰ ਬੈਲਜੀਅਮ ਨੇ ਇਜਾਜ਼ਤ ਨਹੀਂ ਦਿੱਤੀ ਅਤੇ ਹਮਲਾ ਸ਼ੁਰੂ ਹੋ ਗਿਆ। ਅੱਗੇ ਕੀ ਹੋਇਆ ਉਹ ਆਪਾਂ ਬ੍ਰੇਕ ਤੋਂ ਬਾਅਦ ਕਰਦੇ ਹਾਂ, ਕਿਉਂਕਿ ਨਿਊਜ਼ ਦਾ ਟਾਈਮ ਆ, ਇਹ ਟਾਈਮ ਪੱਕਾ ਆ, ਇਹ 'ਤੇ ਮੈਨੂੰ ਰੁਕਣਾ ਪੈਣਾ। ਸੋ ਗੱਲਬਾਤ ਮੈਂ ਅਗਲੀ ਕਰਦਾ ਕਿ ਕਿਵੇਂ ਫਰਾਂਸ ਅਤੇ ਬੈਲਜੀਅਮ 'ਤੇ ਹਮਲਾ ਹੋਇਆ ਅਤੇ ਅੱਗੇ ਬ੍ਰਿਟਿਸ਼ ਕਿਵੇਂ ਇਸ ਲੜਾਈ ਦੇ ਵਿੱਚ ਇਨਵੋਲਵ ਹੋਏ। ਗੱਲ ਕਰਦੇ ਹਾਂ ਬ੍ਰੇਕ ਤੋਂ ਬਾਅਦ।